हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਸਾਹਿਤ ਦੀ ਜਮਾਤ ਦੇ ਵਿੱਚ, ਜਿਹਦੇ ਵਿੱਚ ਆਪਾਂ ਲਓ ਜੀ ਗੱਲ ਕਰ ਰਹੇ ਸੀਗੇ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ। ਸ਼ਿਵ ਕੁਮਾਰ ਬਟਾਲਵੀ ਦੇ ਨਾਲ ਸੰਬੰਧਿਤ ਅਗਲੀ ਜਿਹੜੀ ਕਵਿਤਾ ਹੈ BA ਦੇ ਵਿੱਚ ਜਿਹੜਾ ਚੈਪਟਰ ਦੇ ਰੱਖਿਆ ਬਟਾਲਵੀ ਜੀ ਦੇ ਨਾਲ ਸੰਬੰਧਿਤ, ਉਹਦੇ ਵਿੱਚ ਆਪਾਂ ਗੱਲ ਕਰਾਂਗੇ। ਸ਼ਿਵ ਕੁਮਾਰ ਬਟਾਲਵੀ ਦੀਆਂ ਆਪਾਂ ਕਵਿਤਾਵਾਂ ਪੜ੍ਹਨੀਆਂ ਚਾਰ, ਇੱਕ ਕੰਡਿਆਲੀ ਥੋਰ, ਇੱਕ ਯਾਦ, ਇੱਕ ਧਰਮੀ ਬਾਬਲਾ ਅਤੇ ਇੱਕ ਬਿਰਹੋਂ ਦੀ ਰੜਕ। ਸੋ ਇਹ ਚਾਰ ਕਵਿਤਾਵਾਂ ਆਪਾਂ ਪੜ੍ਹਨ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਬਾਰੇ ਆਪਾਂ ਗੱਲ ਕਰਦੇ ਹਾਂ। ਹਾਂਜੀ, ਸਭ ਤੋਂ ਲਾਸਟ ਵਿੱਚ ਦੇ ਰੱਖਿਆ ਜੀ 138-39 ਨੰਬਰ ਪੇਜ 'ਤੇ ਸ਼ਿਵ ਕੁਮਾਰ ਬਟਾਲਵੀ ਬਾਰੇ। ਹਾਂਜੀ, 1937 ਤੋਂ 1973, ਜਨਮ 8 ਅਕਤੂਬਰ 1937, ਪਿੰਡ ਬੜਾ ਪਿੰਡ, ਤਹਿਸੀਲ ਸ਼ੱਕਰਗੜ੍ਹ, ਪਾਕਿਸਤਾਨ। ਪਿਤਾ ਸ਼੍ਰੀ ਕ੍ਰਿਸ਼ਨ ਗੋਪਾਲ ਪੰਜਾਬ ਦੇ ਬਟਵਾਰੇ ਤੋਂ ਬਾਅਦ ਬਾਲ ਬੱਚਿਆਂ ਸਮੇਤ ਕੀ ਹੋਇਆ, ਬਟਾਲੇ ਆ ਗਏ। ਇਸ ਕਰਕੇ ਹੀ ਨਾਮ ਤਾਂ ਸ਼ਿਵ ਕੁਮਾਰ ਬਟਾਲਵੀ, ਬਟਾਲਾ। ਪੀੜਾਂ ਦਾ ਪਰਾਗਾ ਦਾ ਸੰਨ ਦੇ ਰੱਖਿਆ 1960। ਧਿਆਨ ਰੱਖਣਾ ਤੁਸੀਂ, ਪੀੜਾਂ ਦਾ ਪਰਾਗਾ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਹੈ ਜਿਹੜਾ ਪੀੜਾਂ ਦਾ ਪਰਾਗਾ, ਉਹਦਾ ਸੰਨ ਦੇ ਰੱਖਿਆ ਇੱਥੇ 1960। ਅਗਰ ਨੋਟਸਾਂ ਦੇ ਵਿੱਚ ਗਲਤੀ ਹੈ ਤਾਂ ਇੱਥੇ ਸਹੀ ਕਰਨੀ ਹੈ, ਤੁਸੀਂ 1960 ਕਰਨਾ ਹੈ। ਮਤਲਬ ਲਾਜਵੰਤੀ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਗਾ, ਮੈਂ ਬੜੇ ਔਖੇ ਤਰੀਕੇ ਨਾਲ ਥੋੜ੍ਹਾ ਜਿਹਾ ਕਰਦਾ, ਪਰ ਕਿਉਂਕਿ ਆਹ ਆਧਾਰ ਹੈ, ਆਹ ਚੀਜ਼ਾਂ ਆਧਾਰ ਹੈ ਇਹ ਆਪਣੀਆਂ, ਇਹ ਇਸ ਚੀਜ਼ ਤੋਂ ਰਿਟ ਲੱਗੂਗੀ BA ਵਾਲੀਆਂ ਕਿਤਾਬਾਂ ਤੋਂ, +2 ਵਾਲੀਆਂ ਕਿਤਾਬਾਂ ਤੋਂ। ਸੋ ਉਸ ਆਧਾਰ 'ਤੇ ਚੱਲਣਾ ਆਪਾਂ। ਮੇਰੇ ਨੋਟਸਾਂ ਤੋਂ ਰਿਟ ਨਹੀਂ ਲਾ ਸਕੋਗੇ ਤੁਸੀਂ ਕਿਤੇ, ਐਵੇਂ ਕਦੋਂ ਵੀ ਉੱਥੇ ਸਰ ਨੇ ਕਰਾਇਆ ਸੀ। ਮੈਂ ਤੁਹਾਨੂੰ ਵਾਰੀ ਤਾਂ ਹੀ ਦੱਸਦਾ ਰਹਿਣਾ, ਥੋੜ੍ਹਾ ਜਿਹਾ ਇਸ ਚੀਜ਼ 'ਚ ਨਾ ਧਿਆਨ ਦੇ ਦਿਆ ਕਰੋ, ਕਿਉਂਕਿ ਇੱਕ ਅੱਧਾ ਪ੍ਰਸ਼ਨ ਆਪਾਂ ਗਲਤ ਨਹੀਂ ਹੋਣ ਦੇਣਾ ਗਾ। ਪ੍ਰਸ਼ਨ 1 ਜਾਂ 2 ਇਸ ਤਰ੍ਹਾਂ ਦੇ ਜ਼ਰੂਰ ਆਉਣਗੇ, ਸੰਨ ਪੁੱਛਿਆ ਜਾਊਗਾ, ਜਿਹਦੇ ਵਿੱਚ ਪਹਿਲੀ ਕਾਵਿ ਸੰਗ੍ਰਹਿ ਦਾ ਬਾਹਲਾ ਜ਼ਰੂਰੀ ਹੁੰਦਾ ਪੀੜਾਂ ਦਾ ਪਰਾਗਾ। ਲਾਜਵੰਤੀ 1961, ਆਟੇ ਦੀਆਂ ਚਿੜੀਆਂ 1962, ਮੈਨੂੰ ਵਿਦਾ ਕਰੋ 1963, ਦਰਦਮੰਦਾਂ ਦੀਆਂ ਆਹੀ 1964, ਬਿਰਹਾ ਤੂੰ ਸੁਲਤਾਨ 1964, ਪ੍ਰਸਿੱਧ ਬਹੁਚਰਚਿਤ ਅਤੇ ਲੂਣਾ 1965 ਸੀ। ਠੀਕ ਹੈ, ਤੁਹਾਨੂੰ ਸਹੀ ਹੈ। ਮੈਂ 1970, ਆਰਤੀ 1971। ਲੂਣਾ ਤੇ ਉਸ ਨੂੰ ਸਾਹਿਤ ਅਕਾਦਮੀ ਨੇ 1965 ਦੇ ਵਿੱਚ 5000 ਰੁਪਏ ਦਾ ਪੁਰਸਕਾਰ ਦਿੱਤਾ ਸੀ। ਪੀੜਾਂ ਦਾ ਪਰਾਗਾ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਸਨਮਾਨ ਮਿਲਿਆ ਹੋਇਆ ਹੈ। ਧਿਆਨ ਰੱਖਿਓ ਬੇਟਾ ਜੀ, ਇਹ ਤਾਂ ਜਿਹੜਾ 1965 ਦੇ ਵਿੱਚ ਲੂਣਾ ਨੂੰ ਤਾਂ ਮਿਲਿਆ ਸੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਪਰ ਪੀੜਾਂ ਦਾ ਪਰਾਗਾ ਹੈ ਜਿਹੜੀ, ਇਹਦਾ ਵੀ ਸਾਨੂੰ ਤੁਸੀਂ ਚੇਤੇ ਰੱਖਣਾ 1960, ਜਿਸ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸਨਮਾਨਿਤ ਕੀਤਾ ਸੀ। ਇਸ ਕਾਵਿ ਸੰਗ੍ਰਹਿ ਦਾ ਕਰਕੇ ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਰੱਖਣੀ ਹੈ ਤੁਸੀਂ ਇਹ ਗੱਲ, ਕਿਉਂਕਿ ਆਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਵੀ ਲੂਣਾ ਜਿਹੜਾ ਹੈਗਾ ਕਾਵਿ ਨਾਟ, ਉਸ 'ਤੇ ਭਾਰਤੀ ਸਾਹਿਤ ਅਕਾਦਮੀ ਨੇ ਪੁਰਸਕਾਰ ਦਿੱਤਾ ਸੀ। ਕਿੰਨੇ ਇਹ ਵੀ ਲਿਖਿਆ ਹੋਇਆ ਕਿ 5000 ਰੁਪਏ ਦਿੱਤੇ ਸੀ। ਪਰ ਪੀੜਾਂ ਦਾ ਪਰਾਗਾ, ਇਸ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਿਆ ਸੀ। ਕਵਿਤਾ ਵਿੱਚ ਲੋਕ ਗੀਤਾਂ ਦੀ ਚਾਸ਼ਨੀ ਹੈ, ਬਿਲਕੁਲ ਸਹੀ ਹੈ। ਲੋਕ ਸੱਭਿਆਚਾਰ ਦੇ ਨਾਲ ਸੰਬੰਧਿਤ, ਲੋਕ ਗੀਤਾਂ ਦੇ ਨਾਲ ਸੰਬੰਧਿਤ ਆਮ ਮਤਲਬ ਕਿ ਸ਼ਬਦਾਵਲੀ ਹੈ ਜਿਹੜੀ, ਉਹ ਜਿੰਨੀ ਪੇਂਡੂ ਸੱਭਿਆਚਾਰਕ ਸ਼ਬਦਾਵਲੀ ਜਿੰਨੀ ਸ਼ਿਵ ਕੁਮਾਰ ਬਟਾਲਵੀ ਨੇ ਵਰਤੀ, ਉਨੀ ਕਿਸੇ ਨੇ ਨਹੀਂ ਵਰਤੀ। ਇਸੇ ਕਰਕੇ ਲੋਕ ਗੀਤਾਂ ਦੀ ਚਾਸ਼ਨੀ, ਉੱਕਾ ਨਵੇਂ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਉਸ ਦੇ ਸਿਰਜੇ ਬਿੰਬ ਅਤੇ ਪ੍ਰਤੀਕਾਂ ਦੀ ਮੌਲਿਕਤਾ ਨੂੰ ਸਾਰੇ ਸਵੀਕਾਰ ਕਰਦੇ ਹਨ। ਅੱਗੇ ਕੀ ਹੈ, ਉਸ ਦੇ ਗੀਤਾਂ ਵਿਚਲੀ ਸੰਗੀਤ ਮਹਿਤਾ ਸਦਕਾ ਉਸ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਗਾਇਆ ਜਾਂਦਾ ਰਿਹਾ। ਬਿਲਕੁਲ ਆਪ ਵੀ ਗਾਉਂਦਾ ਰਿਹਾ ਸ਼ਿਵ ਕੁਮਾਰ ਬਟਾਲਵੀ, ਤਾਂ ਆਪ ਵੀ ਗਾਇਕ ਸੀ। ਕਾਵਿ ਵਿੱਚ ਉਦਾਸੀ ਹੈ, ਉਦਰੇਵਾਂ ਹੈ, ਨਿਜ ਦੀ ਪੀੜ ਹੈ। ਉਦਰੇਵਾਂ ਮਤਲਬ ਹੁੰਦਾ ਹੈ ਕਿ ਕਿਸੇ ਦੇ ਆਉਣ ਦਾ ਜਿਹੜਾ ਉਹ ਮਤਲਬ ਕਿ ਜਿਹੜਾ ਆਪਾਂ ਕਿਸੇ ਦਾ ਵੇਟ ਕਰਦੇ ਹਾਂ, ਜਦੋਂ ਉਸ ਸਥਿਤੀ ਨੂੰ ਉਦਰੇਵਾਂ। ਮਾਨਵੀ ਮਨ ਦੀਆਂ ਧੁਰ ਅੰਦਰਲੀਆਂ ਪਰਤਾਂ ਤੱਕ ਪੁੱਜਣ ਦੀ ਸਮਰੱਥਾ ਰੱਖਦਾ ਹੈ। ਠੀਕ ਹੈ, ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ, ਅਤੇ ਇਹ ਸੁਲਤਾਨ ਕਵੀਆਂ ਦੀ ਹਰ ਮਹਿਫਿਲ ਦਾ ਮਹਿਬੂਬ ਰਿਹਾ ਹੈ। ਹਾਂਜੀ, ਗੱਲ ਹੋ ਗਈ ਕਲੀਅਰ। ਇੱਥੇ 2-3 ਗੱਲਾਂ ਹੀ ਸੀ ਕੰਮ ਦੀਆਂ ਆਪਣੀਆਂ ਯਾਦ ਰੱਖਣ ਵਾਲੀਆਂ, ਉਹ ਤੁਸੀਂ ਯਾਦ ਰੱਖਣੀ ਹੈ। ਸਾਰੀ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਯਾਦ ਰੱਖਣੀ ਵੀ ਨਹੀਂ ਹੁੰਦੀ ਗੀ। ਸ਼ਿਵ ਕੁਮਾਰ ਬਟਾਲਵੀ ਸਾਹਿਬ ਜੀ, ਆ ਜਾਓ ਹੁਣ ਅਸੀਂ ਤੁਹਾਨੂੰ ਪੜ੍ਹਨਾ। ਸ਼ਿਵ ਕੁਮਾਰ ਬਟਾਲਵੀ ਇੱਦੋਂ ਪਿੱਛੇ ਆ ਰਿਹਾ। ਬਿਰਹੋਂ ਦੀ ਰੜਕ ਤੇ ਸ਼ਿਵ ਕੁਮਾਰ। ਪਹਿਲੀ ਹੈਗੀ ਆ ਕੰਡਿਆਲੀ ਥੋਰ। ਇੱਕ ਬੂਟਾ ਹੁੰਦਾ ਕੈਕਟਸ ਦਾ ਪੌਦਾ, ਬੂਟਾ ਜਿਹੜਾ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ ਕੰਡਿਆਲੀ ਥੋਰ। ਇੱਕ ਤਰ੍ਹਾਂ ਦਾ
एक मतलब की है भी ज़्यादातर तुहानूं पता ही है भी ये कंडियाली थोर है जिहड़ी अपने राजस्थान दे विच ही ज़्यादा उगी हुंदी है कंडियाली थोर। हाँ कैक्टस जिन्होंने इंग्लिश दे विच कैक्टस दा बूटा उहदे बारे गल कीती है कवि शिव कुमार बटालवी ने। आजो जी काहतों कीती है प्रतीक इहदा लिया है कंडियाली थोर दा ते रूपक अलंकार की बड़ी वरतों की है इस कविता दे विच। अगर मान लो प्रश्न आ जाए कि कंडियाली थोर दे विच सब तो ज़्यादा अलंकार जिहड़ा वो मतलब सीधा ही आ जाए कि किहड़ा अलंकार वरत्या गया तो रूपक अलंकार की वरतों बहुत हुई है। अपने विषय को प्रगटाया गया शिव कुमार बटालवी ने रूपक अलंकार की वरतों की है तो बिंब का सहारा लिया है कंडियाली थोर का। हुण अगे की है देखो मेरी गल एक होर सुनो ध्यान नाल। शिव कुमार बटालवी का जिहड़ा विषय है वह हैगा बिरहा पीड़ा वेदना निरार्थकता के भावां नूं दर्शाया गया है। मतलब ये चीज़ है जिहड़ी ये किसी काम नहीं आउंदी कंडियाली थोर है जिहड़ी वो कैक्टस है जिहड़ा वो किसी काम नहीं आ रहा। मतलब की वो यह क्रिया वो मतलब की है भी वो साडे वास्ते निरार्थक है उसके कोई अर्थ नहीं हैं कोई मायने नहीं हैं उस चीज़ के। सो कवि उस चीज़ की उस रूपक दे विच वरत के रूपक के रूप में वरत के बिरहा पीड़ा ते निरार्थकता के भावां नूं बयान कर रहा इस कविता दे विच कवि। मैं कंडियाली थोर वे सज्जणा उगी विच उजाड़ा जा उडदी बदलोटी कोई वर गई विच पहाड़ा। बदलोटी मतलब छोटी बदली छोटा बदल जाओ दीवा जेड़ा बढ़दा पीरां दी देरी ते देरी हुंदी है पीरां दे रहण दी जगह। पीर जिहड़े हुंदे जिवें गुरु पीर आपां कहने हैं ना गुरु जिहड़े गुरु शब्द है जिहड़ा इसका गुरुआं दा संबंध तां जोड़िया जांदा हिंदू धर्म दे नाल ते पीरां दा संबंध मुसलमान कौम दे नाल। जां कोई कोयल कंठ जिहदे दियां सूतियां जावण नाड़ा। हुण इहदे विच अपने आप नूं किस रूपक दे विच दस्सिया भी एक तां कंडियाली थोर दे रूप विच दस्सिया जां बदलोटी दे रूप विच दस्सिया जां उस दीवे दे रूप विच जिहड़ा बलदा देरी ते जां कोई वो कोयल जिहदे कंठ दियां नाड़ां कंठ दे गले दियां नाड़ां जिहड़ियां वो सूतियां जाण। जां चंबे दी डाली कोई जो बालन बन जाए जां कोई उस चंबे दी डाली डाल चंबे दे दरख्त दी तो वो की हो जाए चंबे दे बूटे दी वो जड़ी डाल बालन बन जाए। मरुए दा फुल बसंती जो ठुंग जान गुटारा। मरुआ एक फुल हुंदा मरुआ वो फुल नूं वो बसंती रंग का फुल जिहड़ा हुंदा मरुआ उसनूं गटारा जिहड़ियां वो ठुंग के उसका नाश कर देण। किहड़े किहड़े रूपक अलंकार अपने आप वास्ते वरते आ अपने सज्जन नूं संबोधन कर रहा कवि ते अपने आप नूं किहड़े किहड़े रूपां दे विच दर्शा रहा। कंडियाली थोर बदलोटी दे रूप विच दीवे दे रूप विच कोयल दे रूप विच चंबे दी डाली दे रूप विच मरुए दे फुल विच रूप विच जां कोई बूट के जिस दे हाले जां कोई बोट के जिस दे हाले नैण नहीं सन खुले। चिड़ी दा जां किसी पंछी दे छोटे बच्चे नूं कहा जांदा बोट छोटा बोट। मारिया माली कस गलेला लैदा अखां दियां आड़ां। मतलब कि भी जां कोई मैं वो बोट हाँ अपने आप नूं उस बोट दे रूप विच दस्सिया उस चिड़ी दे बच्चे दे छोटे बच्चे दे रूप विच जिहदियां अजे अखां नहीं खुल्लियां ते माली है जिहड़ा उसने वो कहंदा भी ये बोट है जिहड़ा ये मेरियां दाखां नूं खराब कर रहा। दाख अंगूरां नूं कहा जांदा कि ये मेरे अंगूरां नूं खराब कर रहा इस करके मैं इहनूं मार दिता। अगली गल देखो मैं कंडियाली थोर वे सज्जणा उगी किते कुराहे। एक हुंदा राह एक हुंदा कुराह भैड़ा राह। कंडियाली थोर ना किसी माली सिंजिया मैनू ना कोई सिंजना चाहे ना तो कोई माली मैनू पानी दे रहा ना कोई देना चाहता है। याद तेरी दे उच्चे महली मैं बैठी पई रोवां तेरी यादां दे उच्चे महल है तेरियां हर दरवाजे लगा पहरा आवां केड़े राहे। मैं वो चंदरी जिस दी डोली लुट लई आप कुहारा। डोली नूं लिजाण वाले जिहड़े हुंदे आ ना चार पुराने समयां दे विच डोली नूं चुकदे हुंदे सी चार कुहार। चलो रे डोली उठाओ कुहार पिया मिलन की रुत आई। दरवाजे लगा पहरा आवां केड़े राहे। मैं वो चंदरी जिस दी डोली लुट लई आप कुहारा। बन्नण दी थां बाबल जिस दे आप कलीरे लाहे। अरे कलीरे गुੱਟ ते बन्ने हुंदे आ ना। एक सुहागण जिहड़ी औरत हुंदी है नवीं विआही जिहड़ी हुंदी है जां विआह तो पहलां जदों तैयार हुंदी है तो गुੱਟ ते वो कलीरे बन्नदी है भी वो मैं वो एक हैगी हाँ एक वो औरत हाँ भी जिस दे उस दे बाबल ने ही पिता ने ही कलीरे जिहड़े लाते। कूली पट उम्र दी चादर हो गई लीरा लीरा। कूले पट मतलब रेशम कूली पट का मतलब यह है भी मतलब की है भी कूले कूला हुंदा कोई चीज़ कोमल होवे पट का शाब्दिक अर्थ है रेशम।
ਰੇਸ਼ਮ ਕੂਲਾ ਉਸ ਉਮਰ ਦੀ ਚਾਦਰ, ਸੋ ਚਾਦਰ ਨੂੰ ਉਮਰ ਦੇ ਨਾਲ ਇਸ ਚੀਜ਼ ਦੀ ਰੂਪਕ ਦੱਸਿਆ ਵੀ ਚਾਦਰ ਨੂੰ ਕਿਸ ਰੂਪ ਵਿੱਚ ਦੱਸਿਆ, ਉਮਰ ਦੇ ਰੂਪ ਵਿੱਚ। ਹੋ ਗਈ ਲਿਊਰਾ ਲੀਰਾ ਤਿੜਕ ਗਏ ਵੇ ਢੋਵਾਂ ਵਾਲੇ ਪਲੰਗ ਵਸਲ ਲਈ ਡਾਹੇ। ਉਹ ਜਿਹੜੇ ਢੋਵਾਂ ਵਾਲੇ ਪਲੰਗ ਸੀ ਵਸਲ ਮਿਲਾਪ ਵਾਸਤੇ ਡਾਹੇ ਗਏ ਸੀ ਜਿਹੜੇ ਪਲੰਗ, ਉਹ ਤਿੜਕ ਗਏ। ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਜੋ ਬੇਲੇ ਜੰਗਲ ਦੇ ਵਿੱਚ, ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪੱਟ ਖਾਵਣ ਲੇਲੇ। ਮੈਂ ਰਾਜੇ ਦੀ ਵਰਦੀ ਅੜਿਆ ਵਰਦੀ ਦਾਸੀ ਨੌਕਰਾਣੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਰਦੀ। ਤੂੰ ਰਾਜੇ ਦਾ ਜਾਇਆ ਤੂੰ ਦਸਵੇਂ ਮੋਹਰਾ ਸਾਵੇਂ ਮੁੱਲ ਕੀ ਖੋਵਣ ਧੇਲੇ। ਸ਼ੁਕਰ ਦੁਪਹਿਰਾ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ, 24 ਕੁੰਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ। ਧੇਲੇ ਸ਼ਬਦ ਆਇਆ, ਧੇਲੇ ਇੱਕ ਪੁਰਾਣੇ ਪੈਸੇ ਨੂੰ ਕਿਹਾ ਜਾਂਦਾ। ਮੁੱਲ ਕੀ ਤੂੰ ਦਸਵੇਂ ਮੋਹਰਾ ਸਾਵੇਂ ਮੁੱਲ ਕੀ ਖੋਵਣ ਧੇਲੇ, ਵੀ ਮੋਹਰ ਜਿਹੜੀ ਹੁੰਦੀ ਹੈ ਉਹ ਜ਼ਿਆਦਾਤਰ ਸੋਨੇ ਦੀ ਹੁੰਦੀ ਹੈ, ਅਤੇ ਧੇਲਾ ਹੈ ਜਿਹੜਾ ਇਹ ਮਤਲਬ ਇੱਕ ਪੈਸਾ ਸਮਝ ਲਓ, ਜਿਵੇਂ ਇੱਕ ਪੈਸੇ ਦੇ ਬਰਾਬਰ ਕੀਮਤ ਉਹਦੀ ਧੇਲਾ। ਹੁਣ ਇਹ ਆ ਜਿਹੜੇ ਠੀਕ ਹੈ ਅਰਥ ਇਹਦੇ ਕੋਈ ਬਾਲੇ ਔਖੇ ਨਹੀਂ ਹੈ। ਹਾਂਜੀ, ਤੇਰੀ ਮੇਰੀ ਪ੍ਰੀਤ ਦਾ ਅੜਿਆ ਉਹੀਓ ਹਾਲ ਸੋ ਹੋਇਆ, ਜੋ ਚਕਵੀ ਪਹਿਚਾਣ ਨਾ ਸਕੇ ਚੰਨ ਚੜ੍ਹਿਆ ਦੋ ਵੇਲੇ। ਜਿਵੇਂ ਚਕਵੀ ਜਿਹੜੀ ਹੁੰਦੀ ਹੈ ਉਸ ਮਤਲਬ ਕੀ ਹੈ ਵੀ ਚੰਨ ਚੜ੍ਹਿਆ ਜਿਹੜਾ ਦਿਨੇ ਉਹ ਉਸ ਨੂੰ ਨਜ਼ਰ ਨਹੀਂ ਆਉਂਦਾ। ਚੰਨ ਚੜ੍ਹਿਆ ਦਿਓ ਵੇਲੇ, ਕਈ ਵਾਰੀ ਦਿਨ ਵੇਲੇ ਚੰਦਰਮਾ ਹੁੰਦਾ ਨਾ, ਉਸ ਨੂੰ ਰਾਤ ਨੂੰ ਹੀ ਨਜ਼ਰ ਆਉਂਦਾ ਚਕਵੀ ਨੂੰ। ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਜੋ ਬਾਗਾਂ, ਦੇਖ ਲਿਓ ਕਿੱਥੇ ਕਿੱਥੇ ਉੱਗੀ ਹੈ, ਪਹਿਲਾਂ ਤਾਂ ਐਂ ਦੇਖ ਲਿਓ। ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਉਜਾੜਾਂ, ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਕਿਤੇ ਕੁਰਾਹੇ, ਉਜਾੜਾਂ ਦੇ ਵਿੱਚ ਕੁਰਾਹੇ ਦੇ ਵਿੱਚ ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਜੋ ਬੇਲੇ। ਜੰਗਲ ਦੇ ਵਿੱਚ ਮੈਂ ਕੰਡਿਆਲੀ ਥੋਰ ਵੇ ਸਜਣਾ ਉੱਗੀ ਵਿੱਚ ਜੋ ਬਾਗਾਂ। ਮੇਰੇ ਮੁੱਢ ਬਣਾਈ ਵਰਮੀ, ਵਰਮੀ ਹੁੰਦੀ ਆ ਖੁੱਡ, ਸੱਪ ਦੇ ਰਹਿਣ ਦੀ ਥਾਂ, ਉਸ ਨੂੰ ਕਿਹਾ ਜਾਂਦਾ ਹੈ ਵਰਮੀ। ਹਾਂ, ਸੱਪ ਦੇ ਰਹਿਣ ਦੀ ਥਾਂ ਨੂੰ ਕਿਹਾ ਜਾਂਦਾ ਵਰਮੀ। ਮੇਰੇ ਮੁੱਢ ਬਣਾਈ ਵਰਮੀ ਕਾਲੇ ਫਨੀਅਰ ਨਾਗਾ, ਕਾਲੇ ਫਨੀਅਰ ਨਾਗਾ ਨੇ ਮੇਰੇ ਮੁੱਢ ਦੇ ਵਿੱਚ ਵਰਮੀ ਆਪਣੇ ਜਗ੍ਹਾ ਬਣਾ ਲਈ ਰਹਿਣ ਵਾਸਤੇ। ਮੈਂ ਮੁਰਗਾਈ ਮਾਨਸਰਾਂ ਦੀ, ਮਾਨਸਰੋਵਰ ਮਾਨਸਰਾਂ ਦੀ ਮੁਰਗਾਈ ਇੱਕ ਪੰਛੀ ਹੁੰਦਾ ਹਾਂ, ਜੋ ਫੜ ਲਈ ਕਿਸੇ ਸ਼ਿਕਰੇ ਜਾਂ ਕੋਈ ਲਾਲੀ ਪੈਰ ਸੰਧੂਰੀ ਨੋਚ ਲਏ ਜਿਹਦੇ ਕਾਗਾਂ। ਹੁਣ ਕੀ ਹੈ ਵੀ ਇੱਕ ਲਾਲੀ ਇੱਕ ਪੰਛੀ ਹੁੰਦਾ ਛੋਟਾ ਜਿਹਾ ਜਿਹਦੇ ਸੰਧੂਰੀ ਰੰਗ ਦੇ ਪੈਰ ਹੁੰਦੇ, ਸੰਧੂਰ ਜਿਹੜੇ ਕਲਰ ਦਾ ਹੁੰਦਾ ਉਸ ਰੰਗ ਦੇ ਪੈਰ ਹੁੰਦੇ ਆ, ਤਾਂ ਉਹਦੇ ਵਿੱਚ ਕੀ ਹੈ ਕਿ ਨੋਚ ਲਏ ਜਿਹਦੇ ਕਾਗਾਂ, ਉਹਦੇ ਮਤਲਬ ਕੀ ਹੈ ਵੀ ਪੈਰ ਹੈ ਜਿਹੜੇ ਨੋਚ ਲਏ ਕਾਗਾਂ ਨੇ, ਕਾਵਾਂ ਨੇ। ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜਿਹਦਾ ਵਸ ਰੋਣਾ, ਜਾਂ ਮੈਂ ਸੱਸੀ ਦੀ ਭੈਣ। ਸੋ ਇਹਦੇ ਵਿੱਚ ਕਿਹਦਾ ਨਾਮ ਲਿਆ ਇਸ ਕਵਿਤਾ ਦੇ ਵਿੱਚ ਕਵੀ ਨੇ, ਕਿਹੜੀ ਮਤਲਬ ਕੀ ਹੈ ਵੀ ਕਿਹੜੇ ਮਿਥਿਹਾਸਕ ਪਾਤਰ ਦਾ ਨਾਮ ਲਿਆ, ਕਿਹੜੇ ਸਾਡੇ ਕਿੱਸਾ ਪਾਤਰ ਦਾ ਨਾਮ ਲਿਆ, ਤਾਂ ਉਹ ਹੈਗਾ ਜੀ ਸੱਸੀ। ਕੰਮ ਜਿਹਦਾ ਬਸ ਰੋਣਾ, ਲੁੱਟ ਖੜਿਆ ਜਿਹਦਾ ਪੁੰਨੂ ਹੋਤਾ, ਹੋਤ ਮਤਲਬ ਊਠਾਂ ਵਾਲਿਆਂ ਨੇ ਜਿਹਦਾ ਪੁੰਨੂ ਖੜ ਲਿਆ, ਪੁੰਨੂ ਤੇ ਸੱਸੀ ਦੋਨਾਂ ਦੇ ਨਾਮ ਆ ਗਏ ਆ। ਪਰ ਆਈਆਂ ਨਾ ਜਾਗਾਂ, ਐਵੇਂ ਹੀ ਹੋਇਆ ਸੀ ਨਾ ਵੀ ਉਹ ਸੱਸੀ ਔਰ ਪੁੰਨੂ ਨੂੰ ਲੈ ਗਏ ਸੀ ਊਠਾਂ ਵਾਲੇ, ਅਤੇ ਉਹ ਸੱਸੀ ਹੈ ਜਿਹੜੀ ਉਹ ਵਿਚਾਰੀ ਸਵੇਰ ਨੂੰ ਉੱਠੀ ਸੀ, ਫਿਰ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਲੈ ਗਏ ਚੱਕ ਕੇ। ਪਰ ਆਈਆਂ ਨਾ ਜਾਗਾਂ ਬਾਗਾਂ ਵਾਲਿਆਂ ਤੇਰੇ ਬਾਗੀ ਹੁਣ ਜੀ ਨਹੀਂ ਲੱਗਦਾ, ਖੜੀ ਖਲੋਤੀ ਮੈਂ ਵਾੜਾ ਵਿੱਚ 100 ਦੁੱਖੜੇ ਝਾਗਾਂ, ਵੀ 100 ਆਪਣੇ ਦੁੱਖ ਰੋ ਰਹੀਆਂ। ਇਹ ਜਿਹੜੀ ਹੈ ਮੈਂ ਕੰਡਿਆਲੀ ਥੋਰ, ਇਹ ਪੀੜਾਂ ਦਾ ਪਰਾਗਾ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਕਵਿਤਾ ਹੈ, ਜਿਹਦੇ ਵਿੱਚ ਕਵੀ ਕਿਹੜੀ ਚੀਜ਼ ਦੀ ਗੱਲ ਕਰ ਰਿਹਾ ਹੈ, ਦੁੱਖ ਦੀ, ਉਸ ਪੀੜਾ ਦੀ, ਉਸ ਵੇਦਨਾ ਦੀ, ਉਸ ਬਿਰਹਾ ਦੀ, ਜੋ ਆਪਣਾ ਸ਼ਿਵ ਕੁਮਾਰ ਬਟਾਲਵੀ ਬਿਰਹਾ ਦਾ ਕਵੀ ਹੈ। ਇਸ ਕਰਕੇ ਮੂਲ ਰੂਪ ਵਿੱਚ ਇਸ ਕਵਿਤਾ ਦੇ ਵਿੱਚ ਮੂਲ ਸੁਰ ਹੈ ਜਿਹੜੀ ਉਹ ਬਿਰਹਾ ਦੀ ਹੈ। ਅਤੇ ਨਿਰਾਰਥਕਤਾ ਦੇ ਭਾਵਾਂ ਨੂੰ ਵੀ, ਮੈਂ ਨਿਰਾਰਥਕ ਹਾਂ, ਮੇਰਾ ਕੋਈ ਅਰਥ ਨਹੀਂ ਹੈ, ਮੇਰਾ ਆਪਣਾ ਕੋਈ ਵਜੂਦ ਨਹੀਂ ਹੈ, ਮੇਰਾ ਕੋਈ ਮਹੱਤਵ ਨਹੀਂ ਹੈ। ਸੋ ਉਸ ਕੰਡਿਆਲੀ ਥੋਰ ਦਾ ਉਦਾਹਰਣ ਲੈ ਕੇ, ਕੰਡਿਆਲੀ ਥੋਰ ਦੇ ਰੂਪਕ ਨੂੰ ਵਰਤ ਕੇ ਕਵੀ ਨੇ ਆਪਣੇ ਆਪ ਨੂੰ ਉਸ ਪ੍ਰੇਮ ਦੇ ਇਸ਼ਕ ਦੀ ਬਿਰਹਾ ਦੇ ਵਿੱਚ ਨਿਰਾਰਥਕ ਦੱਸਿਆ ਹੈ, ਮਹੱਤਵਹੀਣ ਦੱਸਿਆ ਹੈ। ਯਾਦ, ਅਗਲੀ ਕਵਿਤਾ ਹੈ ਯਾਦ। ਯਾਦ ਆਈਏ ਜੀ। ਇਹ ਕਿਸ ਦੀ ਅੱਜ ਯਾਦ ਹੈ ਆਈ, ਚੰਨ ਦਾ ਲੌਂਗ ਬੁਰਜੀਆਂ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ। ਦ੍ਰਿਸ਼ਟਾਂਤ ਤੇ ਰੂਪਕ ਅਲੰਕਾਰਾਂ ਦੀ ਵਰਤੋਂ ਬੜੀ ਕੀਤੀ ਹੈ ਇਸ ਕਵਿਤਾ ਦੇ ਵਿੱਚ। ਕਵੀ ਸ਼ਿਵ ਕੁਮਾਰ ਬਟਾਲਵੀ ਰੂਪਕ ਅਲੰਕਾਰ ਦੀ ਵਰਤੋਂ ਬਹੁਤ ਕਰਦਾ ਹੈ। ਇਹਦੇ ਨਾਲ ਨਾਲ ਦ੍ਰਿਸ਼ਟਾਂਤ ਦੀ ਸਹਾਇਤਾ ਦੇ ਨਾਲ ਕੁਝ ਕਾਵ ਬਿੰਬ ਸਿਰਜੇ ਹਨ ਕਵੀ ਨੇ। ਕਾਵ ਬਿੰਬ ਵਰਤਿਆ ਪ੍ਰੇਮਿਕਾ ਦੀ ਯਾਦ ਆਉਣ 'ਤੇ ਕਵੀ ਦੀ ਜੋ ਵੇਦਨਾ ਹੈ
ਉਸ ਨੂੰ ਆਪਣੇ ਮਨ ਦੇ ਵਿੱਚ ਕਵੀ ਸ਼ਿਵ ਕੁਮਾਰ ਬਟਾਲਵੀ ਦੱਸ ਰਿਹਾ। ਇਹ ਕਿਸ ਦੀ ਅੱਜ ਯਾਦ ਹੈ ਆਈ, ਚੰਨ ਦਾ ਲੌਂਗ ਬੁਰਜੀਆਂ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ। हाँ भी दसो आ देख लो माड़ा जा, दसो तो की तुसी तो की दसना, मैं दसदा तुहानू। हाँ भी चन्न दा लौंग बुरजियां वाला जिहड़ा लौंग है ओह की किस दा किस नूं बनाया गया है, चन्न नूं। थोड़ा ध्यान दे विच रखना तुसी। हाँ पुत्र पलेठी दा मेरा बिरहा फिरे चाननी कुछड़ चाई, ये किस दी अज याद है आई। पलेठी हुंदा पहली जन्मी, जदों कोई पहला जन्मिया होवे जिहड़ा उसनूं पलेठी कहा जाता है। उड़दे बदलां दा एक खंडर विच चन्ने दी मकड़ी बैठी, बिट बिट वेखे भुखी पानी तारियां वल्ले नी जलाई, रिश्मा दा एक जाल विछाई रिश्मा किरणा, ये किस दी अज याद है आई। उड़दे बदलों का एक खंडर बनया है, विच चन्ने दी मकड़ी बैठी, चंद्रमा दे जदों उपर बदल आ जाते हैं ना जदों, हाँ बिट बिट वेखे भुखी पानी तारियां वल्ले नी जलाई, उफक जिवें सोने दी मुंदरी, उफक हुंदा दिसदा। अपनी पुस्तक का नाम भी हैगा ना नवें दिसदे। हाँ दिसदा का शाब्दिक अर्थ मान लो कोई पूछा जाए तो यदा उत्तर है कि एक आप दूर तक जदों निगाह मारीए तो एक जगह ते आपां नूं जमीन ते आसमान दोने आपस दे विच मिलदे दिखणगे। तुसीं दूर किते निगाह मार लिओ बाहर खेतां च जाके, ते जिहड़े शहरां च रहिंदे आ ओह वड्डे टावर ते चढ़ के निगाह मार लिओ, टावर लगे होंदे आ शहरां दे विच ज़्यादा। कहण दा मतलब कि जदों तुसीं निगाह मारदे हो दूर तक तां उदों एक जगह ते तुहानूं आसमान ते ज़मीन दोनों मिलदे दिसदे आ, जिथे उसनूं किहा जांदा है दिस हद्दे, हद दिसणी, हद। उफक का मतलब होंदा दिसहदा शब्द का तुसीं ध्यान रखना है, इस दे विचों प्रश्न पूछा जा सकता है, अजे तक प्रश्न नहीं पूछा गया। उफक दिसहदे नूं की कहा गया, सोने की मुंदरी कहा गया है। उफक जिवें सोने की मुंदरी, रूपक अलंकार की वरतों, चन्न जिवें विच सुच्चा थेवा, ते चंद्रमा है जिहड़ा वो की कहा गया है उसनूं सुच्चा थेवा, सुच्चा मोती जिहड़ा वो जिहड़ी एक मुंदरी दे विच जड़िया हुंदा ना मोती, सोने की मुंदरी कौन है, उफक दिसहदा। ते चंद्रमा विच जिहड़ा कई चंद है जिहड़ा वो कई बारी लास्ट दे विच जाके है ना उत्थे धरती नूं अज गगना भेजी पर धरती दे मेच ना आई, अज आसमान ने धरती नूं भेजी, आसमान ते धरती उस दिसहदे ते समझो इस गल नूं। दिसहदा किहनूं कहंदे आ, जिथे आसमान ते धरती मिलते होण। आसमान हुण चंद्रमा कित्थे हुंदा, धरती ते कि आसमान ते, आसमान ते हुंदा। सो जिहड़ी मुंदरी है जिहड़ी ओह उहदे विच नग जड़िया होया चंद्रमे दे रूप विच, ਉਹ है जिहड़ी आसमान ने धरती नूं भेजी पर धरती दे मेच ना आई। सो ये एक प्राकृतिक चीज़ों का सहारा लैके कवि अपनी बिरहा नूं विछोड़े नूं बयान कर रहा है। विरथा सारी गई कढ़ाई, ये किस दी अज याद है आई। सारी विरथी गई, सारी वैसे ही गई, जिन्हों आपां कहते हैं भंग दे भाणे जाना। रात जिवें कोई कुड़ी झिओरी, झिओरी एक जात है जिसनूं कहा जाता अपने महरी, महरी कुड़ी पा बदलों का पाटा झग्गा, रात नूं। सो रात नूं किस रूपक दे नाल तुलनाया गया है, रात दा रूपक है जिहड़ा ओह कुड़ी, झिओरी कुड़ी दे नाल उसकी उपमा की गई है। पा बदलों का पाटा झग्गा, उस दे झग्गा, रात आ जिहड़ी उहदे विच रात का समय ते बदल है थोड़े थोड़े, तो इस तरह लग रहा है जिवें कोई बेचारी झिओरी कुड़ी ने एक बदलों का पाटा होया झग्गा पाया होवे। चुक्की चन्न दी चिब्बी गागर, चंद्रमा है जिहड़ा पूरा गोल नहीं है, थोड़ा जिहा चिब्बा, उसनूं गागर ते सिर ते चक रखिया, धरती दे खूहे ते आई, टुरे विचारी उंदी पाई, ये किस दी अज याद है आई। अंबर दे अज कलरी थे ते तारे चीकण रुलदे ठीकर, चन्न जिवें फक्कर दी देरी, विच रिश्मा दा मेला लगा, भीड़ मेरी अज वेखण आई, ये किस दी अज याद है। रिश्म, रिश्मा तुहानूं पता ही है, पिछे अर्थ क्लीयर हो चुकिया है। रिश्म का मतलब हुंदा किरण। ये किस दी अज याद है आई, चन्न दा लौंग बुरजियां वाला पा के नक विच रात है आई। पुत्र पलेठी दा मेरा बिरहा फिरे चाननी कुछड़ चाई, ये किस दी अज याद है आई। फिरे चाननी कुछड़ चाई मतलब कुछड़ दे विच चाई मतलब चुक्की फिरे, जिवें छोटे बच्चे नूं आपां चुक्की फिरदे आ। पुत्र पलेठी दा मेरा बिरहा जिहड़ा है वह पलेठी दा पुत्र है, ते वह जिवें उसनूं जिहड़ी चाननी है वह चंद्रमा दी वह कुछड़ दे विच चुक्की फिरदी। लाजवंती, ये किस दी अज याद है आई कविता जिहड़ी वह लाजवंती काव्य संग्रह दे विचों लई गई है। अगली कविता है धर्मी बाबला। हुण इहदे विच की है कि इस कविता के तुहानूं सिरलेख तो ही पता लग गया होगा भी एक धी
अपने बाबल नूं संबोधन कर रही है। धर्मी बाबला क्यों कहा जाता है? क्योंकि जिहड़ा एक धी दा कारज जदों एक बाबल करदा है ना, धी दे विआह दा जिहड़ा वो हुंदा है कारज, उस नूं धार्मिक धर्म कहा जाता, भी वो धर्म दा काम कहा जाता है। दान देना मतलब एक बहुत वड्डा दान उसनूं कहा जाता है, इसे करके नाम लिया गया है धर्मी बाबला। सो ये काम कौन करता है? बाबल करता है, एक पिता करता है। सो बाबल अगे धी अपने दुख भरे भाव नूं, हाव भाव नूं बयान कर रही है इस कविता दे विच। एक धी अपने बाबल पिता दे अगे जो मतलब की है, जिस दा विआह मतलब होने वाला है, जिस नूं मर्जी दा जीवन साथी चुनन दी खुल नहीं है, वो जिहड़ी एक कुड़ी है ते ओह अपने बाबल नूं संबोधन कर रही है, अपने मन की उस व्यथा नूं दर्श रही है, मन के हाव भाव नूं प्रगट कर रही है, क्योंकि उसनूं अपनी मर्जी का अपना मनपसंद जीवन साथी चुनन की खुल नहीं है। जद पैण कपाही फुल वे धर्मी बाबला, सानू ओ रुत दे दई मुल वे धर्मी बाबला। ठीक है, जदों कपावां नूं फुल पै जाण, इस रुत्ते मेरा गीत गवाचा जी दे गल बिरहों दी गानी, मुख ते किल गमां दे नैणी उजड़े खूह दा पानी, गीत के जिसनूं होट सुहाया जाए कथूरी हल वे धर्मी बाबला। ठीक है, बहुत सौखी है। सानू गीत ओ लै दई मुल वे धर्मी बाबला, एक दिन मैं ते गीत मेरे इस टूणे हारी रुत, इस टूणे हारी रुत अगे देखते हाँ। हाँ, दिलां दी धरतां वाही गोडी बीजे सुपने सुच्चे, लख नैणा दे पानी सिंजे पर ना लगे फुੱਲ। मैं ते गीत मेरे टूणे हारी रुੱਤ ਦੇ ਵਿੱਚ ਦਿਲਾਂ ਦੀ ਧਰਤੀ ਤੇ ਗੋਡੀ ਵਾਹੀ, ਬੀਜੇ ਸੁਪਨੇ ਸੁੱਚ, ਬੀਜ ਕਾਦੇ ਪਾਏ ਸੁਪਨਿਆਂ ਦੇ, ਰੂਪਕ ਅਲੰਕਾਰ ਦੀ ਵਰਤੋਂ ਹੈ। ਲੱਖ ਨੈਣਾ ਦੇ ਪਾਣੀ ਸਿੰਜੇ, ਪਾਣੀ ਕਾਹਦਾ ਲਾਇਆ ਗਿਆ? ਆਪਣੇ ਨੈਣਾ ਦਾ। ਪਰ ਨਾ ਲੱਗੇ ਫੁੱਲ ਵੇ ਧਰਮੀ ਬਾਬਲਾ, ਸਾਨੂੰ ਇੱਕ ਫੁੱਲ ਲੈ ਦੇਈ ਮੁੱਲ ਵੇ ਧਰਮੀ ਬਾਬਲਾ। ਜੇ ਕਿਹੜੇ ਕੰਮ ਇਹ ਮਿਲਖ ਜਗੀਰਾਂ, ਜੇ ਧੀਆਂ ਕੁਮਲਾਈਆਂ, ਕਿਹੜੇ ਕੰਮ ਇਹ ਮਾਨ ਸਰੋਵਰ ਹੰਸਣੀਆਂ ਤਿਰਹਾਈਆਂ, ਕਿਹੜੇ ਕੰਮ ਖਿਲਾਰੀ ਤੇਰੀ ਚੋਗ ਮੋਤੀਆਂ ਤੁੱਲ ਵੇ ਧਰਮੀ ਬਾਬਲਾ। ਜੇ ਰੁੱਤ ਨਾ ਲੈ ਦੇ ਮੁੱਲ ਵੇ ਧਰਮੀ ਬਾਬਲਾ, ਜਦ ਪੈਣ ਕਪਾਹੀ ਫੁੱਲ ਵੇ ਧਰਮੀ ਬਾਬਲਾ। ਮੈਨੂੰ ਵਿਦਾ ਕਰੋ, ਠੀਕ ਹੈ, ਕੋਈ ਇਸ਼ੂ ਨਹੀਂ ਹੈ ਨਾ, ਸੌਖਾ ਹੀ ਹੈ ਇਹਨੂੰ ਯਾਦ ਰੱਖਣਾ, क्योंकि धर्मी बाबल दे विच बाबल अपनी धी नूं विदा करता है, मतलब एवं याद कर सकते हो तुसीं। मैनू विदा करो काव्य संग्रह दे विचों लई गई कविता है धर्मी बाबला। अगली कविता है अपनी बिरहों दी रड़क। अगर तुसीं प्रसिद्ध एक होया कवाली गायक जिहड़ा जो इस दुनिया ते फिलहाल नहीं हैं, शिव अपने नाम है उन्हों का नुसरत फतेह अली खान। हाँ, उन्होंने यह कवाली है जिहड़ी माए नी माए मेरे गीतां दे नैणा विच बिरहों दी रड़क पवे, बड़ा शानदार उन्होंने गाया। पुरानी शायद मैनूं ध्यान नहीं नवें किसी ने गाया होवे तां बिरहों दी रड़क, ये जिहड़ी ये कविता है, जिहड़ी यह गीत है जिहड़ा एक तरह का, यह किने लिखिया है? शिव कुमार बटालवी ने लिखिया है। बिरहन इस्त्री के रूप में कवि ने अपने आप को प्रकट किया है। एक बिरहन जिस दा तुसी इस तरह समझो भी जिस दा प्रेमी है जिहड़ा उस तो विछड़िया होया, तो वह अपनी माँ को संबोधन कर रही है। एक बिरहन इस्त्री है जो एक बिरहन के रूप में कवि अपने आप को प्रकट कर रहा है, तो वह बिरहन इस्त्री है जी अपनी माँ को संबोधन कर रही है। अपना केंद्री थीम है जिहड़ा शिव कुमार बटालवी की कविता का केंद्री विषय है जिहड़ा वो है बिरहा। इस करके ही तो बिरहन के रूप में है। बिरहा जिहड़ा है, बिरहा की पीड़ ते वेदना नूं इस कविता दे विच बयान किया है। ठीक है, माए नी माए मेरे गीतां दे नैणा विच बिरहों दी रड़क पवे, बिरहों विछोड़े दी अद्धी अद्धी राती, उठ रोण मोए मित्रां नूं माए सानू नींद ना पवे। पे पे सुगंधियां च बन्ना फेह चानणी दे, तां वी साडी पीड़ ना सवे। कोसे कोसे साह दी मैं करां जे टकोर माए, सगों सानू खाण ना पवे। पीड़ जदों कई बारी मान लो सिर वगैरह च पीड़ होंदी है तो माँ की करती है भी वो मतलब की है भी वह अपने फेह वगैरह बन्नदी है ना, भी जा मत्थे ते कई बारी एवें गिल्ली पट्टी रखती। कोसे कोसे साह दी जे करा मैं टकोर माए, तो ये मतलब कि कोसी चीज़ की किसी की गर्म चीज़ की टकोर की जाती है, मतलब जिथे पीड़ होवे, शारीरिक पीड़ होवे, पर यह मानसिक पीड़ है। से उहदे वास्ते की कीता है भी बन्ना फेह चानणी दे, चानणी है जिहड़ी रात दी उस दे फेह बन्ना साडी पीड़ ना। कोसे कोसे साह दी मैं करा जे टकोर माए, तो टकोर किस चीज़ की कर रही है? साह दी टकोर। याद रखियो इन्हां चीज़ां नूं।
आपे नी मैं बालड़ी मैं हाले आप मत्ता जोगी मत किहड़ा इस नूं देवे आक सुनी माए इनू रोवे बुल चित के नी जग किते सुन ना लवे। उस पीड़ नूं प्रगट भी तो नहीं किया जा सकता, लोगों के सामने रोना थोड़ा रोया जा सकता उस चीज़ नूं। क्योंकि वो मतलब की है भी जिस तन लागी सोई जाने कहिंदे हुंदे आ ना, वो एक होर कहिंदे आ ओनली द वीयर नोज वेयर द शूज़ पिंचस, भी केवल पहनण वाला ही जानता भी जुत्ती कित्थे लगदी है, आपां नूं नहीं। आपां तां कहने पाई रख बड़ी सोहनी लगदी है। आक सोनी खा लवे टुक हिजरां दा पक्किया, रोटी जिहड़ी वो टुकड़े काहदे आ हिजर दे विछोड़े दे, लेखां दे नी पुट्ठड़े तवे ते तवे काहदे आ लेखां दे, लेख की आ पुट्ठे हो चुके आ, पुट्ठे तवे ते रोटी नहीं बनती हुंदी सीधे तवे ते। गमां दे गुलाब चों नी कालजे नूं हौसला रवे, हाँ किहड़ियां सपेरियां तो मंगा कुंज मेलदी मैं मेलदी कोई कुंज दवे, किहड़ा इन्हां दमां दियां लोभियां दे दरां उत्ते वांग खड़ा जोगियां रवे। ठीक है। पीड़े नहीं पीड़े ये प्यार ऐसी तितली है, प्यार नूं तितली दे रूप विच दस्सिया है, ਜਿਹੜੀ सदा सूल ते बवे, प्यार ऐसा भौर है नहीं जिहदे कोलों वासना भी लख कोहा दूर ही रवे। प्यार है जिहड़ा शिव कुमार बटालवी दीयां नज़रां दे विच उस बिरहन दे रूप विच दस रहा भी प्यार वो है जिहदे विच वासना दूर है, जिहड़ा वासना तो दूर है किसी प्रकार दी उस मतलब की है एक गलत अवस्था वासना जिन्होंने आप कह दें। प्यार दे विच जेकर वासना है तो वह प्यार की श्रेणी दे विच नहीं आउंदा। हाँ जी, अगली गल देखते हैं आपां। प्यार वो महल है नी जिहदे च पंखेरुआं दे बाज कुछ होर ना रवे, प्यार ऐसा अंगना है वेड़ा जिहदे च नी वसलां दा रतड़ा ना पलंग डवे, जिहदे विच मिलाप दा पलंग नहीं डहिंदा। प्यार इहो जिहा अंगण है आख माए अद्धी अद्धी राती मोए मित्रां नूं उच्ची उच्ची ना लवे, मते साडे मोयां पिछों जग ए सरीकड़ा नी गीतां नूं भी चंदरा कवे, माए नी माए मेरे गीतां दे नैणां विच बिरहों दी रड़क पवे, अद्धी अद्धी राती उठ रोण मोए मित्रां नूं माए सानूं नींद ना पवे। मां नूं संबोधन कीता एक बिरहन इस्त्री दे रूप विच कवि ने, ते बड़ी शानदार कविता लिखी हुई है। ये चार जिहड़ियां कवितावां ये तुसीं याद रखणियां बेटा जी, क्योंकि यह प्रश्न तुहाडे आउणगे। अगे भी तो नहीं गा, अच्छा ठीक है खत्म हो गई है कविता अपनी। लो जी ये है जिहड़ी कविता ये खत्म है अपनी। शिव कुमार बटालवी जी खत्म हो गए। उस तो बाद अगे सोहण सिंह मीशा तो आप कर ही चुके, अगे पिछे हो गई सीगियां तो क्लासां कोई चक्कर नहीं। तो उस तो बाद अगला तुहानूं पता ही आप आधुनिक युग दे विच सब तो ज़्यादा पढ़िया जाण वाला जिहड़ा साडा प्रसिद्ध कवि है वो हैगे आ जी सुरजीत पात्र जी। उन्होंने आप पढ़ांगे अगली जमात में जी। जल्दी मिलते हैं जी। रब राखा।